खुशी की है। ਅਸੀਂ ਲੋਕ ਖੁਸ਼ੀ ਕਿਸ ਨੂੰ ਮੰਨਦੇ ਹਾਂ? ਖੁਸ਼ੀ ਦਾ ਮਤਲਬ ਹੈ ਕਿ ਮੰਗਤੇ ਸਾਰੇ ਰਹੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਪਰ ਇਹ ਖੁਸ਼ੀ ਹੈ ਕਿ ਜਿਨ੍ਹਾਂ ਖੁਸ਼ੀਆਂ ਨੂੰ ਅਸੀਂ ਬਹੁਤ ਵੱਡੇ ਖਰਚੇ ਕਰ ਕਰਕੇ ਕੋਈ ਹਵਨ ਕਰਾ ਰਿਹਾ ਹੈ, ਕੋਈ ਰਾਮਾਇਣ ਦਾ ਪਾਠ ਕਰਾ ਰਿਹਾ ਹੈ, ਕੋਈ ਗੀਤਾ ਦਾ ਗਿਆਨ ਲੈ ਰਿਹਾ ਹੈ, ਕੋਈ ਇਬਾਦਤ ਕਰਾ ਰਿਹਾ ਹੈ, ਕੋਈ ਪ੍ਰੇ ਕਰਾ ਰਿਹਾ ਹੈ, ਕੋਈ ਖੁਸ਼ੀ ਵਜੋਂ ਅਖੰਡ ਪਾਠ ਸਾਹਿਬ, ਸੰਪਟ ਪਾਠ ਸਾਹਿਬ, ਸਹਿਜ ਪਾਠ ਸਾਹਿਬ, ਪਰ ਹਕੀਕਤ ਵਿੱਚ ਜਿਸ ਖੁਸ਼ੀ ਵਾਸਤੇ ਪਰਮਾਤਮਾ ਨੇ ਜਾਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਖੁਸ਼ੀ ਹੈ ਕਿ ਖੁਸ਼ੀ ਦਾ ਮਤਲਬ ਕੀ ਹੈ? ਖੁਸ਼ੀ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੋਵੇ ਤੇ ਤੁਸੀਂ ਖੁਸ਼ ਹੋ ਜਾਓਗੇ। ਜਾਂ ਤੁਹਾਡੇ ਕੋਲ ਧਨ ਦੌਲਤ ਹੈ, ਤੁਸੀਂ ਖੁਸ਼ੀ ਨੂੰ ਖਰੀਦ ਲਓਗੇ। ਇਹ ਜਿਹੜੀ ਲਾਈਫ ਵਿੱਚ ਪਲ ਹਨ, ਘੜੀਆਂ ਹਨ, ਸਮਾਂ ਹੈ, ਇਸ ਨੂੰ ਇਹ ਇਨਸਾਨ ਤੂੰ ਕਦੇ ਵਿਚਾਰ ਕੇ ਦੇਖ ਕਿ ਜਿਸ ਪਾਸੇ ਤੂੰ ਦੌੜ ਰਿਹਾ ਹੈ ਉਹ ਪਾਸਾ ਸਹੀ ਹੈ? ਕਿਤੇ ਭਟਕਣਾ ਤੇ ਨਹੀਂ? ਕਿਉਂਕਿ ਦੁਨੀਆ ਦੀ ਚਾਲ ਹੈ ਕਿ ਦੁਨੀਆ ਦੀ ਚਾਲ ਉਹੀ ਹੈ, ਉਹੀ ਸਿਸਟਮ ਬਣਿਆ ਹੋਇਆ ਹੈ। ਜਿਸ ਤਰ੍ਹਾਂ ਭੇਡ ਨੀਵੀਂ ਗਰਦਨ ਕਰਕੇ ਦੂਜੀ ਭੇਡ ਦੇ ਪਿੱਛੇ ਚਲੀ ਜਾ ਰਹੀ ਹੈ, ਸਿਸਟਮ ਬਣ ਚੁੱਕਿਆ ਹੈ। ਉਸ ਭੇਡ ਨੂੰ ਇਹ ਪਤਾ ਨਹੀਂ ਕਿ ਅੱਗੇ ਸਾਰੀ ਭੇਡਾਂ ਦੀਆਂ ਗਰਦਨਾਂ ਕੱਟ ਰਹੀਆਂ ਹਨ। ਕੋਈ ਉਹਨਾਂ ਨੂੰ ਹਲਾਲ ਕਹਿ ਰਿਹਾ ਹੈ, ਕੋਈ ਉਹਨਾਂ ਨੂੰ ਝਟਕਾ ਕਹਿ ਰਿਹਾ ਹੈ, ਵੱਖਰੇ ਵੱਖਰੇ ਨਾਮ ਦਿੱਤੇ ਹਨ, ਕੱਟੀ ਜਾ ਰਹੇ ਹਨ। ਪਰ ਉਸ ਭੇਡ ਨੂੰ ਪਤਾ ਹੀ ਨਹੀਂ ਕਿ ਤੂੰ ਮਰਨ ਜਾ ਰਹੀ ਹੈ, ਤੇਰਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਜਾਵੇਗਾ। ਪਰ ਉਹਦਾ ਸਿਸਟਮ ਬਣ ਚੁੱਕਿਆ ਹੈ। ਉਹ ਗਰਦਨ ਨੀਵੀਂ ਕਰਕੇ ਦੂਜੀ ਭੇਡ ਦੇ ਪਿੱਛੇ, ਇੱਕ ਦੂਜੇ ਦੇ ਭੇਡ ਦੇ ਪਿੱਛੇ ਆਪਸ ਵਿੱਚ ਚੱਲ ਰਹੀਆਂ ਹਨ। ਬਸ ਕੋਈ ਪਤਾ ਨਹੀਂ ਉਹਨਾਂ ਨੂੰ। ਹਕੀਕਤ ਵਿੱਚ ਸਾਧ ਸੰਗਤ ਇਹੀ ਸਿਸਟਮ ਸਾਡਾ ਬਣ ਚੁੱਕਿਆ ਹੈ। ਬਸ ਅਸੀਂ ਇੱਕ ਦੂਜੇ ਵੱਲ ਦੇਖ ਕੇ ਇਹਨੇ ਕੀ ਕਰਾਇਆ ਹੈ, ਇਹਨੇ ਹਵਨ ਕਰਾਇਆ ਹੈ, ਹਵਨ ਕਰਕੇ ਸ਼ਾਇਦ ਪਾਠ करके शायद क्योंकि
ਮਨ ਭਟਕਿਆ ਹੋਇਆ ਇੱਕ ਦੂਜੇ ਨੂੰ ਦੇਖ ਕੇ। ਪਰ ਇਨਸਾਨ ਉਹ ਗੱਲ ਭੁੱਲ ਜਾਂਦਾ ਹੈ ਕਿ ਇਹ ਆਨੰਦ, ਇਹ ਖੁਸ਼ੀ ਤੇਰੇ ਅੰਦਰ ਹੈ। ਪੈਸੇ ਦੇ ਕੇ ਪਾਠ ਕਰਾਉਣ ਨਾਲ ਕੁਝ ਨਹੀਂ ਹੋਵੇਗਾ। ਇਨਸਾਨ ਜਦੋਂ ਤੱਕ ਤੂੰ ਆਪਣੀ ਖੁਸ਼ੀ ਆਪਣੇ ਅੰਦਰ ਲੱਭਦਾ ਨਹੀਂ, क्योंकि खुशी तेरे अंदर है, आनंद तेरे अंदर है। संसारिक आनंद ते तू लभदा फिर रहा है, क्योंकि सब किछ घर में बाहर ना ही गुरबाणी प्रतक कर दी है। बाहर कुछ भी नहीं है, बाहर एक सपना है। ए इंसान, ये शक्तियां सारियां तेरे अंदर हैं, तू अंदरों लभ, विचार करके वेख। जीवन तैनू की कहता है, जीवन तैनू मिलिया है, पर ਇਹਦਾ महत्व की है, ਇਹਦੀ आकांक्षा की है, ये किस वास्ते मिलिया ते ए इंसान तू किस पासे तुर पिया है। तू जरा सोच विचार के देख। सब कुछ दिता उस मालिक ने। ए इंसान तेरे कोलों कुछ लुका के नहीं रखा, क्योंकि पिता कोल जो हुंदा है वो बेटे दा ही हुंदा है, पुत्र दा हुंदा है, बेटी दा ही हुंदा है। वो छुपांदा नहीं। वो छुपाउंदा जदों तक है जदों तक बच्चा या बच्ची लायक ना होवे। जदों प्यो नूं पता चल जाता है कि मेरा बेटा या मेरी बेटी लायक बन गई है, फिर वो अपने खजानियां की चाबी उन्होंने सौंप देंदा। तू सब कुछ मैनू सौंपिया, जां तेरा बंदा। यही परमात्मा का सिस्टम है, यही खुशी है। पैसे विच खुशी नहीं है, पैसे विच खुशी नहीं है। खुशी तेरे अंदर है। एक दुख का प्रगटावा जेड़े तेरे अंदर, जेड़े तो दुख दे रोने दुनिया अगे रोंदा है, किसनू रो के दिखांदा है। ये संसार नाटक है, एक फिल्म है जो चल रही है, एक सपना है। ए इंसान असल खुशी चाहता है ते अपने गिरेवान में झांक के वेख। झांकना की है, ये देखना है कि तू खुशी ते मंगदा है परमात्मा कोलों या लभदा है। पर तू उसका पात्र बनन लई ਉਹ ਜੇ ਕਰਮ ਕੀਤੇ ਹਨ। ਹਮੇਸ਼ਾ ਤੇ ਤੂੰ ਦੂਜਿਆਂ ਬਾਰੇ ਬੁਰਾ ਸੋਚਦਾ ਰਿਹਾ, ਹਰੇਕ ਨਾਲ ਬੁਰਾ ਵਰਤਾਓ ਕਰਦਾ ਰਿਹਾ। ਬੀਜ ਤੇ ਬੋਇਆ ਤੂੰ ਜ਼ਹਿਰ ਦਾ, ਵਿਸ਼ ਦਾ, ਤੇ ਲੱਭਦਾ ਹੈ ਅੰਮ੍ਰਿਤ। फिर खुशी कित्थे है? खुशी इसका नाम नहीं है। खुशी नाम है अब अंदरों प्रगट होना, खुशी की चमक चेहरे ते आना। पर यह प्रगटावा या ये प्रगट उदों तक नहीं होंदी जो तक इंसान दे अपने कर्म या अपने आप नूं बंदा इस तरह समझदा नहीं कि वाकई तू हुण सही रस्ते ते चलिया है।
ਕਹਿੰਦੇ ਨੇ 3 ਮਹਾਤਮਾ ਜਨ ਬੈਠੇ ਸਨ। ਤੇ ਕੋਈ ਉਹਨਾਂ ਕੋਲ ਆਇਆ, ਕਾਫੀ ਵੱਡੀ ਉਮਰ ਸੀ ਉਹਨਾਂ ਦੀ, ਤੇ ਪੁੱਛਦੇ ਹਨ, ਬਾਬਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਤੇ ਜਿਹੜੇ ਮਹਾਤਮਾ ਜਨ ਬੈਠੇ ਸਨ ਉਹਨਾਂ ਨੇ ਕਿਹਾ ਵੀ ਮੇਰੀ ਉਮਰ 80 ਸਾਲ ਦੀ ਹੈ। ਦੂਜੇ ਨੂੰ ਪੁੱਛਿਆ, ਕਹਿੰਦੇ ਭਾਈ ਸਾਹਿਬ ਮੇਰੀ ਉਮਰ 90 ਸਾਲ ਦੀ ਹੈ। ਇੱਕ ਤੀਜੇ ਮਹਾਤਮਾ ਜਨ ਜਿਹੜੇ ਬੈਠੇ ਸਨ ਉਹਨਾਂ ਤੋਂ ਵੀ ਜ਼ਿਆਦਾ ਉਮਰ ਸੀ, ਲੰਬੇਰੀ ਉਮਰ ਸੀ। ਉਹਨਾਂ ਕੋਲ ਪੁੱਛਿਆ, ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ? ਉਹ ਕਹਿੰਦੇ ਜੀ ਮੇਰੀ ਉਮਰ 3 ਸਾਲ ਦੀ ਹੈ। ਉਹ ਬੰਦਾ ਹੈਰਾਨ, ਕਹਿੰਦੇ ਬਾਬਾ ਜੀ ਉਹਨਾਂ ਨੇ ਤਾਂ ਸਹੀ ਦੱਸੀ ਉਮਰ, ਪਰ ਤੁਸੀਂ ਸਹੀ ਕਿਉਂ ਨਹੀਂ ਦੱਸ ਰਹੇ ਹੋ, ਝੂਠ ਕਿਉਂ ਬੋਲ ਰਹੇ ਹੋ? ਤੁਹਾਡੀ ਉਮਰ ਤੇ ਬਹੁਤ ਹੈ, 100 ਸਾਲ ਤੋਂ ਵੱਧ ਹੋਵੇਗੀ ਤੁਹਾਡੀ ਉਮਰ, ਸਹੀ ਦੱਸੋ। ਕਹਿੰਦੇ ਨਹੀਂ ਬੇਟਾ ਜੀ ਮੇਰੀ ਉਮਰ ਹਕੀਕਤ ਵਿੱਚ 3 ਸਾਲ ਦੀ ਹੈ। ਤੁਸੀਂ ਸਹੀ ਕਿਹਾ ਹੈ, ਮੇਰੀ ਉਮਰ ਵੈਸੇ 100 ਸਾਲ ਦੀ ਹੈ, ਲੇਕਿਨ ਮੇਰੇ ਜਿਹੜੇ 97 ਸਾਲ ਗੁਜ਼ਰੇ ਹਨ, ਬਿਤਾਏ ਹਨ, ਉਹ ਵਿਅਰਥ ਗਏ ਹਨ, ਕਿਉਂਕਿ ਮੈਂ ਭਰਮਾਂ ਵਿੱਚ ਪਿਆ ਰਿਹਾ, ਖੁਸ਼ੀ ਨੂੰ ਲੱਭਦਾ ਰਿਹਾ, ਤਰੱਕੀਆਂ, ਸਫਲਤਾਵਾਂ, ਕਾਮਯਾਬੀ ਨੂੰ ਲੱਭਦਾ ਰਿਹਾ, ਪਰ ਹਕੀਕਤ ਵਿੱਚ ਮੈਨੂੰ 3 ਸਾਲ ਤੋਂ ਸੋਝੀ ਪਈ ਹੈ ਕਿ ਇਹ ਇਨਸਾਨ ਤੇਰਾ ਮਹੱਤਵ ਕੀ ਹੈ ਸੰਸਾਰ ਵਿੱਚ ਆਉਣ ਦਾ। ਜੋ ਤੋਂ ਮੈਨੂੰ ਸਮਝ ਆਈ ਹੈ ਉਸ ਪਰਮਾਤਮਾ ਨਾਲ ਜੁੜ ਗਿਆ ਹਾਂ, ਤੇ ਉਦੋਂ ਤੋਂ ਮੈਂ ਕਹਿੰਦਾ ਹਾਂ ਮੇਰੀ ਉਮਰ ਉਸ ਵੇਲੇ ਤੋਂ ਸ਼ੁਰੂਆਤ ਹੋਈ ਹੈ। ਉਹ ਜਿਹੜੇ 97 ਈਅਰਸ ਜਿਹੜੇ ਮੇਰੇ ਗਏ ਹਨ, 97 ਸਾਲ ਜਿਹੜੇ ਮੇਰੇ ਬੀਤੇ ਹਨ, ਉਹ ਬੇਅਰਥ ਬੀਤੇ ਹਨ, ਕਿਉਂਕਿ ਮੈਂ ਉਹਨਾਂ ਵਿੱਚ ਸਿਰਫ ਖੁਸ਼ੀ ਨੂੰ ਲੱਭਦਾ ਰਿਹਾ, ਪਰ ਕਦੇ ਖੁਸ਼ੀ ਮਿਲੀ ਨਹੀਂ। ਪਰ ਹੁਣ 3 ਸਾਲ ਤੋਂ ਅਸਲ ਜਿਹੜੀ ਖੁਸ਼ੀ ਹੈ ਉਹ ਮੈਨੂੰ ਮਿਲੀ ਹੈ। ਜਿਹੜਾ ਮੇਰਾ ਮਤਲਬ ਹੈ ਸੰਸਾਰ ਵਿੱਚ ਆਉਣ ਦਾ, ਉਹ ਮੈਨੂੰ ਪ੍ਰਾਪਤ ਹੋਇਆ 3 ਸਾਲ ਤੋਂ। ਮੈਨੂੰ ਸਮਝ ਆਈ ਹੈ ਉਸ ਹਕੀਕਤ ਦੀ, ਉਸ ਰਾਮ ਦੀ ਜਿਹੜਾ ਰਮਿਆ ਹੋਇਆ ਹੈ, ਉਸ ਪਰਮਾਤਮਾ ਦੀ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਸ ਖੁਦਾ ਦੀ ਜੋ ਹਰੇਕ ਕੋਲ ਰਿਜ਼ਕ ਪਹੁੰਚਾ ਰਿਹਾ ਹੈ, ਉਸ ਵਾਹਿਗੁਰੂ ਦੀ ਜੋ ਸਭ ਨੂੰ ਦੇ ਰਿਹਾ ਹੈ। ਹਕੀਕਤ ਹੈ। ਇਹ ਗੱਲਾਂ ਬੜੀ ਗੁੱਝਲ ਹਨ, ਪਰ ਜਦੋਂ ਤੱਕ ਸਮਝ ਨਹੀਂ ਆਉਂਦੀਆਂ ਇਹ ਦਿਮਾਗ ਵਿੱਚ ਬੈਠਦਿਆਂ ਹੀ ਨਹੀਂ। ਉਹ ਜਿਸ ਦਿਨ ਦਿਮਾਗ ਵਿੱਚ ਬੈਠ ਗਈਆਂ, ਕਿਰਪਾ ਹੀ ਕਿਰਪਾ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਰਹਿਮਤਾਂ ਹੀ ਰਹਿਮਤਾਂ, ਹਰ ਪਾਸੇ ਫਿਰ ਨਜ਼ਰ ਆਉਂਦਾ ਹੈ ਯਾਰ ਤੇਰੇ ਇਹ ਸਭ ਕੁਝ ਤੇਰੇ ਕੋਲ ਸੀ, ਪਰ ਤੂੰ ਕਿੱਥੇ ਭਟਕ ਰਿਹਾ ਸੀ। ਇਹ ਤਾਂ ਪਤਾ ਚੱਲਦਾ ਹੈ, ਬਸ ਇਸ ਨੂੰ ਖੋਜਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ